ਅੱਜ ਸਪੈਸੀਫਿਕਲੀ ਗੱਲ ਕਰੀਏ ਜੀ ਬਜ਼ੁਰਗਾਂ ਦੇ ਦੰਦਾਂ ਦੀ ਸਿਹਤ ਬਾਰੇ, ਸੀਨੀਅਰਸ ਦੀ ਓਰਲ ਹੈਲਥ ਤੇ ਡੈਂਟਲ ਹੈਲਥ ਬਾਰੇ। ਜੇ ਇੱਥੋਂ ਗੱਲ ਸ਼ੁਰੂ ਕਰੀਏ ਜੀ ਕਿ ਬਜ਼ੁਰਗਾਂ ਦੇ ਵਿੱਚ ਦੰਦਾਂ ਦੀ ਸਮੱਸਿਆ ਜਦੋਂ ਸ਼ੁਰੂ ਹੁੰਦੀ ਹੈ, ਇਹ ਏਜ ਰਿਲੇਟਡ ਫੈਕਟਰ ਹੀ ਹੈ? ਕਿਉਂਕਿ ਕਈ ਬਜ਼ੁਰਗ ਅਜਿਹੇ ਨੇ ਹਾਂਜੀ, ਵੈਲ ਇਨਟੂ ਦੇਅਰ ਗੋਲਡਨ ਈਅਰਸ, ਉਹਨਾਂ ਦੇ ਜਿਹੜੇ ਦੰਦ ਨੇ ਡੈਂਚਰ ਆ ਉਹ ਬੜਾ ਵਧੀਆ ਤੇ ਮਜ਼ਬੂਤ ਰਹਿੰਦਾ ਜੀ। ਬਿਲਕੁਲ, ਬਿਲਕੁਲ ਵੈਸੇ ਡੈਫੀਨੇਟਲੀ ਏਜ ਇੱਕ ਰੋਲ ਪਲੇ ਕਰਦੀ ਹੈ। ਹੂੰ। ਸੋ ਜਿਵੇਂ ਆਪਾਂ ਅੱਗੇ ਗੱਲ ਕਰਦੇ ਹੁੰਦੇ ਆ, ਜਦੋਂ ਸਕੂਲ 'ਚ ਹੁੰਦੇ ਸੀ ਨਾ, ਤਾਂ ਸਾਡੇ ਇੱਕ ਪੀਟੀ ਟੀਚਰ ਹੁੰਦੇ ਸੀ ਸੋਹਣ ਸਿੰਘ ਜੀ। ਜੀ। ਸੋਹਣ ਸਿੰਘ ਜੀ ਨੇ ਸਵੇਰੇ-ਸਵੇਰੇ ਸਟ੍ਰੈਚਿੰਗ ਕਰਾਉਣੀ, ਬਾਹਾਂ ਉੱਪਰ ਕਰੋ, ਥੱਲੇ ਕਰੋ, ਪੈਰਾਂ ਨੂੰ ਹੱਥ ਲਾਓ। ਜੀ। ਅਸੀਂ ਕਹਿਣਾ ਵੀ ਇਹ ਕਾਹਦੀ ਐਕਸਰਸਾਈਜ਼ ਆ? ਇਹ ਤਾਂ ਹੂੰ। ਕੋਈ ਵੀ ਕਰ ਸਕਦਾ। ਹੂੰ। ਪਰ ਹੁਣ ਪਤਾ ਲੱਗਦਾ ਵੀ ਇਹ ਕੋਈ ਵੀ ਨਹੀਂ ਕਰ ਸਕਦਾ। ਜੀ। ਜਿਵੇਂ-ਜਿਵੇਂ ਏਜ ਵੱਧ ਜਾਂਦੀ ਹੈ, ਮਸਲਸ ਦੀ, ਬਾਡੀ ਦੀ ਤਬਦੀਲੀ ਹੋ ਜਾਂਦੀ ਹੈ। ਉਹ ਜਿਹੜੇ ਕੰਮ ਬੜੇ ਸੌਖੇ ਲੱਗਦੇ ਸੀ, ਉਹ ਹੁੰਦੇ ਨਹੀਂ। ਬਿਲਕੁਲ। ਸੇਮ ਦੰਦਾਂ ਲਈ ਵੀ ਟਰੂ ਆ। ਹੂੰ। ਸੋ ਬਜ਼ੁਰਗਾਂ ਦੇ ਵਿੱਚ ਪ੍ਰੋਬਲਮ, ਕਈ ਬਜ਼ੁਰਗ ਐਸੇ ਨੇ ਜਿਹੜੇ ਹਮੇਸ਼ਾ ਖਿਆਲ ਰੱਖਦੇ ਆਏ ਆ। ਹੂੰ। ਖਾਣ ਦਾ ਵੀ, ਦੰਦਾਂ ਦੀ ਸਫਾਈ ਦਾ ਵੀ, ਆਪਣੀ ਸਿਹਤ ਦਾ ਵੀ। ਤੇ ਉਹਨਾਂ ਦੇ ਦੰਦ 100 ਸਾਲ ਤੱਕ, 100 ਸਾਲ ਤੋਂ ਵੱਧ ਵੀ ਚੱਲਦੇ ਨੇ ਜੀ। ਉਮਰ ਭਰ। ਪਰ ਜੇ ਜਵਾਨੀ ਵੇਲੇ ਖਿਆਲ ਨਹੀਂ ਰੱਖਿਆ, ਦੰਦ ਐਸੇ ਮਜ਼ਬੂਤ ਬਣਾਏ ਨੇ ਕੁਦਰਤ ਨੇ ਕਿ ਇੱਕਦਮ ਇਹਨਾਂ 'ਚ ਦਰਦ ਨਹੀਂ ਹੁੰਦੀ, ਇੱਕਦਮ ਇਨਫੈਕਸ਼ਨ ਨਹੀਂ ਹੁੰਦੀ, ਟੁੱਟਦੇ ਨਹੀਂ। ਜੀ। ਇਹਨਾਂ ਨੂੰ ਅਬਿਊਜ਼ ਕੀਤਾ ਜਾ ਸਕਦਾ ਬੜੇ ਸਾਲ। ਹੂੰ। ਪਰ ਜਦੋਂ ਦੰਦਾਂ 'ਚੋਂ ਸਿੰਪਟਮਸ ਆਉਣ ਲੱਗ ਗਏ, ਜੇ ਉਦੋਂ ਗਏ ਜੀ। ਡੈਂਟਿਸਟ ਦੇ, ਜੀ। ਉਦੋਂ ਖਿਆਲ ਕਰਨ ਵਾਸਤੇ ਗਏ, ਇਟਸ ਆਲਰੇਡੀ ਲੇਟ। ਬਿਲਕੁਲ। ਸੋ ਜਿਹੜੀ ਬਜ਼ੁਰਗਾਂ ਦੇ ਵਿੱਚ ਪ੍ਰੋਬਲਮ ਆਉਂਦੀ ਹੈ, ਉਹਦੀ ਸ਼ੁਰੂਆਤ, ਜਿਵੇਂ ਆਪਾਂ ਲਾਈਫਸਟਾਈਲ ਦੀਆਂ ਬਿਮਾਰੀਆਂ ਦੀ ਗੱਲ ਕਰਦੇ ਹਾਂ, ਬਹੁਤ ਪਹਿਲਾਂ ਹੋ ਜਾਂਦੀ ਹੈ। ਜੀ। ਪਰ ਉਹ ਹੁਣ ਸਮੱਸਿਆ ਕਈ ਸਾਲਾਂ ਬਾਅਦ ਜਦੋਂ ਬਿਲਕੁਲ ਬੱਸ ਹੋ ਗਈ, ਹੂੰ। ਉਦੋਂ ਦਰਦ ਹੋਣੀ, ਦੰਦ ਲੂਜ਼ ਹੋਣੇ ਮਹਿਸੂਸ ਹੋਣੇ ਜਾਂ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਆ। ਜੀ। ਕਾਮਨ ਪ੍ਰੋਬਲਮਸ ਕਿਹੜੀਆਂ-ਕਿਹੜੀਆਂ ਨੇ ਜੀ? ਜਿਵੇਂ ਤੁਸੀਂ ਦੱਸਿਆ, ਅੱਛਾ ਹੁਣ ਕਈ ਵਾਰੀ ਦੰਦ ਨਾ ਜਦੋਂ ਲੂਜ਼ ਹੋਣੇ ਸ਼ੁਰੂ ਹੋਏ, ਫਿਰ ਦੰਦ ਕਈ ਵਾਰੀ ਫਿਰ ਟੁੱਟ ਜਾਂਦੇ ਨੇ, ਡਿੱਗ ਹਾਂਜੀ, ਜਾਂਦੇ ਨੇ, ਹੋਰ ਤਰ੍ਹਾਂ ਦੀ ਕਈ ਸਮੱਸਿਆਵਾਂ ਆ ਜਾਂਦੀਆਂ ਨੇ। ਹਾਂਜੀ। ਆਮ ਤੌਰ 'ਤੇ ਬਜ਼ੁਰਗਾਂ ਦੀਆਂ ਕਾਮਨ ਪ੍ਰੋਬਲਮਸ ਕਿਹੜੀਆਂ-ਕਿਹੜੀਆਂ ਨੇ ਜੀ? ਸੋ ਸਭ ਤੋਂ ਤਾਂ ਇਹੀ ਹੁੰਦਾ ਕਿ ਕਈ ਵਾਰੀ ਕਈ ਬਜ਼ੁਰਗਾਂ ਦੇ ਨਾ, ਖਾਸ ਕਰ ਆਪਣੇ ਪੰਜਾਬੀ ਬਜ਼ੁਰਗਾਂ ਦੇ, ਕੈਵਿਟੀਜ਼ ਇੰਨੀਆਂ ਨਹੀਂ ਬਣਦੀਆਂ, ਅੱਛਾ ਜੀ। ਪਰ ਉਹਨਾਂ ਦੇ ਦੰਦ ਲੂਜ਼ ਹੋ ਜਾਂਦੇ ਆ। ਓਕੇ। ਲੇਡੀਜ਼ 'ਚ ਪ੍ਰੋਬਲਮ ਜ਼ਿਆਦਾ ਆਉਂਦੀ ਆ, ਹੂੰ, ਹੂੰ, ਗਮ ਡਿਜ਼ੀਜ਼ ਕਰਕੇ। ਹੂੰ। ਕਿਉਂਕਿ ਉਹ ਕਹਿੰਦੇ ਵੀ ਦੰਦ ਜਿੱਦਾਂ ਹੁੰਦੇ ਆ ਸ਼ੁਰੂ 'ਚ ਜਵਾਨੀ ਵੇਲੇ, ਉਹ ਕਈ ਵਾਰੀ ਦੰਦ ਲੰਬੇ-ਲੰਬੇ ਜਿਹੇ ਲੱਗਣ ਲੱਗ ਪੈਂਦੇ ਆ, ਕਿਉਂਕਿ ਮਸੂੜੇ ਉਹਨਾਂ ਦਾ ਸਾਥ ਛੱਡ ਗਏ। ਰਾਈਟ। ਸੋ ਇੱਕ ਸੇਇੰਗ ਆ, ਵੈਨ ਯੂ ਸਟਾਰਟ ਗੈਟਿੰਗ ਲੌਂਗ ਟੀਥ, ਦੈਨ ਯੂ ਵਿਲ ਹੈਵ ਟੀਥ ਨੋ ਲੌਂਗਰ। ਹੂੰ। ਉਹ ਜਦੋਂ ਲੰਬੇ-ਲੰਬੇ ਹੋ ਰਹੇ ਆ, ਇਹਦਾ ਮਤਲਬ ਵੀ ਮਾਸ, ਮਸੂੜੇ, ਹੱਡੀ ਸਾਥ ਛੱਡ ਰਹੀ ਹੈ। ਜੀ। ਤੇ ਉਸ ਤੋਂ ਬਾਅਦ ਉਹ ਲੂਜ਼ ਹੋ ਜਾਣੇ, ਕਿਉਂਕਿ ਉਹਨੂੰ ਪਕੜ ਕੇ ਹੱਡੀ ਨੇ ਰੱਖਿਆ ਹੋਇਆ। ਤੇ ਇੱਕ ਸਲੋ ਪ੍ਰੋਸੈਸ ਆ, ਹੂੰ, ਹੂੰ। ਇਹਦੇ ਸਿੰਪਟਮਸ ਨਹੀਂ ਹੁੰਦੇ ਅਕਸਰ। ਤੇ ਇਸ ਵਾਸਤੇ ਜਿਹੜੀ ਰੈਗੂਲਰ ਕਲੀਨਿੰਗ ਤੇ ਘਰ ਦੀ ਜਿਹੜੀ ਆਪਣੀ ਹੋਮ ਕੇਅਰ ਹੈ, ਦੰਦਾਂ ਦੀ ਸਫਾਈ ਤੇ ਖੁਰਾਕ, ਉਹਦਾ ਖਿਆਲ ਰੱਖਣਾ ਸ਼ੁਰੂ ਤੋਂ ਬੜਾ ਜ਼ਰੂਰੀ ਹੈ। ਜੀ। ਦੂਸਰੀ ਸੈਂਸਿਟਿਵਿਟੀ ਦੀ ਪ੍ਰੋਬਲਮ ਆਉਂਦੀ ਹੈ, ਠੰਡਾ ਗਰਮ ਠੰਡਾ ਜੀ, ਲੱਗਣਾ, ਯੈਸ। ਉਹ ਵੀ ਇਹਦੇ ਨਾਲ ਰਿਲੇਟਡ ਆ। ਹੂੰ। ਫਿਰ ਕੈਵਿਟੀਜ਼ ਕਰਕੇ, ਜਿਹੜੀਆਂ ਕੈਵਿਟੀ ਬਣਦੇ-ਬਣਦੇ ਕਾਫੀ ਅਰਸਾ ਲੱਗਿਆ, ਹੁਣ ਉਹ ਨਰਵ ਤੱਕ ਪਹੁੰਚ ਗਈ, ਦਰਦ ਹੋਈ, ਖੋੜ ਹੋ ਗਈ ਜਾਂ ਦੰਦ ਟੁੱਟ ਗਿਆ, ਕਿਉਂਕਿ ਅੰਦਰੋਂ ਕਮਜ਼ੋਰ ਹੋ ਗਿਆ ਸੀ। ਜੀ। ਸੋ ਇੱਕਦਮ ਭੁਰ ਗਿਆ, ਫਿਰ ਉਹ ਕੱਢਣੇ ਪੈ ਜਾਂਦੇ ਆ। ਹੂੰ। ਇੱਕ ਬਜ਼ੁਰਗਾਂ ਦੇ ਬੜੀ ਆਮ ਸਮੱਸਿਆ ਦੇਖਣ ਨੂੰ ਮਿਲਦੀ ਹੈ ਕਿ ਜੇ ਕਿਤੇ ਖਿਆਲ ਨਾ ਰੱਖਿਆ ਹੋਵੇ, ਹੂੰ, ਹੂੰ। ਜਦੋਂ ਦਾੜ੍ਹ 'ਚ ਜ਼ਿਆਦਾ ਦਰਦ ਹੋਈ, ਫਿਰ ਉਹਦੀ ਟਰੀਟਮੈਂਟ ਕੰਪਲਿਕੇਟਡ ਆ, ਮਹਿੰਗੀ ਵੀ ਆ, ਜੀ। ਕਿਉਂਕਿ ਉਹ ਸਟੇਜ ਨਿਕਲ ਗਈ ਆਮ ਸਧਾਰਨ ਜੀ ਫਿਲਿੰਗ ਵਾਲੀ, ਫਿਰ ਉਹ ਕਢਾ ਦਿੰਦੇ ਆ। ਰਾਈਟ। ਸੋ ਕਈ ਵਾਰੀ ਉੱਪਰਲਾ ਦੰਦ ਕਢਾਇਆ ਹੁੰਦਾ, ਥੱਲੇ ਹੁੰਦਾ, ਕੋਈ ਥੱਲੇ ਕਢਾਇਆ ਹੋਇਆ, ਉੱਪਰ ਹੈ ਨਹੀਂ, ਹੈ ਨਾ? ਹੂੰ। ਉਹ ਜੀ। ਆਪਸ 'ਚ ਤਾਲਮੇਲ ਠੀਕ ਨਹੀਂ ਹੈ, ਜੀ। ਸੋ ਉਹਨਾਂ ਤੋਂ ਖਾ ਨਹੀਂ ਹੁੰਦਾ। ਰਾਈਟ। ਉਹ ਆਪਸ 'ਚ ਕਿਤੇ ਵੀ ਜਬਾੜਾ ਮਿਲਦਾ ਨਹੀਂ ਸਹੀ ਤਰ੍ਹਾਂ। ਰਾਈਟ। ਸੋ ਇਹੋ ਜਿਹੀਆਂ ਪ੍ਰੋਬਲਮਸ ਬਜ਼ੁਰਗਾਂ ਦੇ ਆਮ ਆਉਂਦੀਆਂ ਨੇ। ਤੇ ਜਿਹੜੀ ਕਲੀਨਿੰਗ ਆ, ਜਿਹੜੀ ਗਮ ਡਿਜ਼ੀਜ਼ ਆ, ਉਹਦੀ ਕੇਅਰ ਲੌਂਗ ਟਰਮ ਜ਼ਰੂਰੀ ਆ ਹੂੰ, ਹੂੰ। ਸ਼ੁਰੂ ਤੋਂ, ਹੂੰ, ਜਦੋਂ ਹੂੰ। ਤੁਹਾਨੂੰ ਸਿੰਪਟਮਸ ਨਹੀਂ ਮਹਿਸੂਸ ਹੋ ਰਹੇ। ਜੀ। ਤੇ ਬਜ਼ੁਰਗਾਂ ਦੇ ਵਿੱਚ ਫਿਰ ਜੇ ਉਹਨੂੰ ਟਰੀਟ ਕਰਨਾ ਚਾਹੀਏ, ਅਕਸਰ ਅਸੀਂ ਕਹਿੰਦੇ ਹੁੰਦੇ ਹਾਂ ਕਿ ਆਪ ਦੇ ਦੰਦ ਸਟਿਲ ਬੈਟਰ ਨੇ ਜੇ ਬਚਾਏ ਜਾ ਸਕਣ, ਜੀ, ਜੀ, ਕਿਉਂਕਿ ਜੀ। ਜੋ ਕੁਛ ਕੁਦਰਤ ਨੇ ਬਣਾਇਆ ਉਹਦਾ ਕੋਈ ਮੇਲ ਨਹੀਂ। ਬਿਲਕੁਲ। ਪਰ ਉਹਦੇ 'ਚ ਫਿਰ ਕੇਅਰ ਬਹੁਤ ਕਰਨੀ ਪੈਂਦੀ। ਹੂੰ। ਕਈ ਵਾਰੀ ਹਰ 3 ਮਹੀਨੇ ਬਾਅਦ ਡੈਂਟਿਸਟ 'ਤੇ ਜਾ ਕੇ, ਹਾਈਜੈਨਿਸਟ ਕੋਲ ਜਾ ਕੇ ਕਲੀਨਿੰਗ ਕਰਾਉਣੀ ਪੈਂਦੀ ਹੈ, ਤਾਂ ਕਿ ਉਹਨੂੰ ਕੰਟਰੋਲ 'ਚ ਰੱਖਿਆ ਜਾ ਸਕੇ। ਜਿਹੜੇ ਡਾਕਟਰ ਸਾਹਿਬ, ਜੇ ਕਿੰਨਾ ਬਜ਼ੁਰਗਾਂ ਦੇ ਜੇ ਦੰਦ ਢਿੱਲੇ ਹੋ ਰਹੇ ਨੇ, ਲੂਜ਼ ਹੋ ਰਹੇ ਨੇ, ਉਹਦਾ ਹਾਂਜੀ। ਇਲਾਜ ਕੀ ਹੈ? ਸਭ ਤੋਂ ਪਹਿਲਾ ਕੰਮ ਕੀ ਕਰਨ ਵਾਲਾ? ਉਹਨੂੰ ਫਿਕਸ ਕੀਤਾ ਜਾ ਸਕਦਾ? ਸੋ ਬਹੁਤ ਔਖਾ ਹੋ ਜਾਂਦਾ ਜੇ ਆਲਰੇਡੀ ਦੰਦ ਲੂਜ਼ ਹੋ ਗਏ। ਓਕੇ। ਕੁਛ ਸਿਲੈਕਟਿਵ ਕੇਸਿਸ ਦੇ ਵਿੱਚ ਤੇ ਜਿਹਨੂੰ ਅਸੀਂ ਸਪਲਿੰਟਿੰਗ ਕਹਿੰਦੇ ਆ, ਹੂੰ, ਕਿ ਹੂੰ। ਕੁਛ ਦੰਦ ਜੇ ਬਜ਼ੁਰਗਾਂ ਦੀ ਹੋਮ ਕੇਅਰ ਦੰਦਾਂ ਦੀ ਬਹੁਤ ਵਧੀਆ ਹੈਗੀ ਹੈ, ਜੀ। ਤੇ ਉਹ ਹਾਈਜੈਨਿਸਟ ਨੂੰ ਰੈਗੂਲਰਲੀ ਦਿਖਾਉਂਦੇ ਨੇ, ਤੇ ਕਈ ਕੇਸਿਸ 'ਚ ਉਹਨਾਂ ਨੂੰ ਸਪਲਿੰਟ ਕੀਤਾ ਜਾ ਸਕਦਾ ਹੈ। ਕਈ ਕੇਸਿਸ 'ਚ ਗਮ ਸਰਜਰੀ ਕਰਕੇ ਜਾਂ ਬੋਨ ਗ੍ਰਾਫਟਿੰਗ ਕਰਕੇ ਕੁਛ ਪੈਦਾ ਹੋ ਸਕਦਾ। ਪਰ ਜਦੋਂ ਜ਼ਿਆਦਾ ਹੀ ਲੂਜ਼ ਹੋ ਜਾਣ, ਉਦੋਂ ਅਕਸਰ ਦੰਦ ਕੱਢਣਾ ਪੈ ਜਾਂਦਾ। ਹੂੰ, ਹੂੰ। ਜੀ। ਸੋ ਉਹ ਲਾਸਟ ਸਟੇਜ ਜੀ ਹੋ ਜਾਂਦੀ ਆ ਦੰਦਾਂ ਦੀ ਬਿਮਾਰੀ ਦੀ।
ਜਿਹੜੇ ਦੰਦ ਕਈ ਵਾਰੀ ਡਿੱਗ ਗਏ ਜਾਂ ਕੱਢਣੇ ਪੈ ਗਏ, ਫਿਰ ਹੁੰਦਾ ਵੀ ਉਹਨੂੰ ਰਿਪਲੇਸ ਕਰਨਾ। ਹਾਂਜੀ, ਤੇ ਕਈ ਵਾਰੀ ਕੁਝ ਲੋਕ ਨਾ, ਕੁਝ ਬਜ਼ੁਰਗ ਇੰਤਜ਼ਾਰ ਕਰਦੇ ਨੇ ਕਿ ਹਲੇ ਚਲੋ ਇੱਕੋ ਦੰਦ ਨਿਕਲਿਆ, ਬਿਲਕੁਲ। ਵੀ ਹਲੇ ਲੱਗਦਾ ਵੀ ਅਗਲੇ 1-2 ਸਾਲਾਂ ਦੇ ਵਿੱਚ ਬਾਕੀ ਦੇ ਵੀ ਜਾਣਗੇ। ਹਾਂਜੀ, ਰਿਪਲੇਸ ਕਰਨ ਦਾ ਸਹੀ ਸਮਾਂ ਕੀ ਹੈ? ਐਜ਼ ਸੂਨ ਐਜ਼ ਅ ਟੂਥ ਫਾਲਜ਼ ਆਊਟ, ਜਾਂ ਉਸ ਤੋਂ ਬਾਅਦ ਥੋੜ੍ਹਾ ਬਿਲਕੁਲ। ਕੋਈ ਇੰਤਜ਼ਾਰ ਦਾ ਵੀ ਵਿੱਚ ਇੱਕ ਫੇਜ਼ ਹੋਣਾ ਚਾਹੀਦਾ ਕਿ ਬਿਫੋਰ ਯੂ ਗੈਟ ਦ ਇੰਪਲਾਂਟ ਜਾਂ ਕਿਸੇ ਵੀ ਤਰੀਕੇ ਹਾਂਜੀ, ਨਾਲ ਰਿਪਲੇਸ ਕਰੋ, ਹਾਂਜੀ। ਕਿੱਦਾਂ ਕਰਨਾ ਚਾਹੀਦਾ ਜੀ? ਬਿਲਕੁਲ ਵੈਸੇ ਸਾਰਿਆਂ ਨਾਲੋਂ ਬਿਹਤਰ ਆ ਕਿ ਜਿੰਨੀ ਜਲਦੀ ਕੀਤਾ ਜਾ ਸਕੇ, ਹੂੰ। ਜੇ ਉਹ ਦੰਦ ਰਿਪਲੇਸ ਕਰਨਾ ਚਾਹੀਦਾ। ਜੀ। ਕੁਛ ਇੱਕ ਦੰਦ ਹੁੰਦੇ ਆ ਜਿਨ੍ਹਾਂ ਨੂੰ ਰਿਪਲੇਸ ਕਰਨ ਦੀ ਸ਼ਾਇਦ ਲੋੜ ਨਾ ਪਵੇ, ਅੱਛਾ ਜੀ। ਸਿਲੈਕਟਿਵ ਕੇਸਿਸ 'ਚ। ਪਰ ਜੇ ਮੰਨ ਲਓ ਫਰਜ਼ ਕਰ ਲਓ ਕੋਈ ਦੰਦ ਕੱਢਣਾ ਪੈ ਗਿਆ ਤੇ ਉਹਨੂੰ ਰਿਪਲੇਸ ਜਿੰਨੀ ਜਲਦੀ ਕੀਤਾ ਜਾਏ ਓਨਾ ਬਿਹਤਰ ਆ। ਹੂੰ। ਇਹਦੇ ਇੱਕ ਸੌਖਾ ਜਿਹਾ ਸਮਝਣ ਦਾ ਤਰੀਕਾ ਵੀ ਜੇ ਦੰਦ ਮੰਨ ਲਓ 32 ਨੇ ਜਾਂ 28 ਨੇ ਹੂੰ। ਤੇ ਉਹ ਚਬਾ ਰਿਹਾ। ਦੰਦਾਂ ਦੇ ਵਿੱਚ ਤਾਂ ਮਸਲ ਨਹੀਂ ਹੈਗੇ। ਰਾਈਟ। ਮਸਲ ਤਾਂ ਜਬਾੜੇ ਦੇ ਆਲੇ-ਦੁਆਲੇ ਨੇ, ਮੂੰਹ ਦੇ ਮਸਲ ਨੇ, ਗੱਲਾਂ 'ਚ ਮਸਲਸ ਨੇ, ਜਿਨ੍ਹਾਂ ਹੂੰ। ਨੇ ਜ਼ੋਰ ਲਾਉਣਾ। ਦੰਦ ਚਾਹੇ ਨਿਕਲ ਗਿਆ, ਮਸਲ ਤੇ ਉੱਥੇ ਹੀ ਹੈ, ਜੀ। ਸੋ ਜ਼ੋਰ ਓਨਾ ਹੀ ਆ। ਹੂੰ। ਸੋ ਹੁਣ ਜੇ ਉਹ 28 ਜਾਂ 32 ਦੰਦਾਂ ਤੇ ਜ਼ੋਰ ਪੈ ਰਿਹਾ ਸੀ, ਹੁਣ ਜੇ ਤੁਸੀਂ 4 ਕਢਾ ਲਏ, ਰਾਈਟ। ਓਨੇ ਦੰਦਾਂ ਤੇ ਓਨਾ ਹੀ ਪ੍ਰੈਸ਼ਰ ਪੈ ਰਿਹਾ। ਰਾਈਟ। ਸੋ ਜੇ ਆਪਾਂ ਉਹਨਾਂ ਨੂੰ ਨਹੀਂ ਉਹਦਾ ਕੋਈ ਹੱਲ ਕਰਾਂਗੇ, ਉਹਨਾਂ ਤੇ ਜ਼ਿਆਦਾ ਦਬਾਅ ਪਊਗਾ, ਉਹ ਜ਼ਿਆਦਾ ਖਰਾਬ ਹੋਣਗੇ। ਹੂੰ। ਸੋ ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੇ ਦੰਦ ਰਿਪਲੇਸ ਕੀਤਾ ਜਾ ਸਕਦਾ ਤੇ ਕਰਾਉਣਾ ਚਾਹੀਦਾ ਹੈ, ਉਹਨੂੰ ਜਲਦੀ ਕਰਾ ਲਿਆ ਜਾਏ। ਤੇ ਜਿਹੜੇ ਦੰਦ ਮਿਸਿੰਗ ਹੋ ਜਾਂਦੇ ਨੇ, ਰਿਪਲੇਸ ਕਰਨਾ ਹੁੰਦਾ, ਇਹਦੇ ਅਲੱਗ-ਅਲੱਗ ਤਰੀਕੇ ਕੀ ਨੇ ਜੀ? ਵਾਟ ਆਰ ਦ ਹਾਂਜੀ। ਵੇਜ਼? ਸੋ ਇਹਦੇ ਬੜੇ ਜਿਵੇਂ ਬੜੀਆਂ ਐਡਵਾਂਸਿਸ ਹੋ ਗਈਆਂ, ਪਹਿਲਾਂ ਤਾਂ ਸਿਰਫ ਡੈਂਚਰ ਹੀ ਲੱਗਦਾ ਹੁੰਦਾ ਸੀ। ਹਾਂਜੀ। ਜੇ ਸਾਰੇ ਦੰਦ ਕੱਢੇ ਹੋਏ ਆ ਤੇ ਕੰਪਲੀਟ ਡੈਂਚਰ, ਜੇ ਜੀ। ਕੁਛ ਕੱਢੇ ਹੋਏ ਆ ਤੇ ਉਹ ਪਾਰਸ਼ਲ ਡੈਂਚਰ ਕਹਿ ਦਿੰਦੇ ਉਹਨੂੰ, ਕਿ ਜਿਹੜੇ ਮਿਸਿੰਗ ਦੰਦ ਆ ਉਹ ਉਤਰਨ ਵਾਲੇ ਆ, ਉਹ ਮਰੀਜ਼ ਖੁਦ ਕੱਢ ਸਕਦੇ ਨੇ ਤੇ ਲਾ ਸਕਦੇ ਨੇ, ਜੀ। ਫਿਕਸ ਨਹੀਂ ਹੁੰਦੇ। ਹਾਂਜੀ। ਫਿਰ ਜੇ ਦੰਦਾਂ ਦੇ ਆਲੇ-ਦੁਆਲੇ ਵਾਲੇ ਦੰਦਾਂ ਦੀ ਸਿਹਤ ਚੰਗੀ ਹੋਏ ਤੇ ਬ੍ਰਿਜ ਕਰ ਸਕਦੇ ਆ। ਓਕੇ। ਨਾਲ ਦੇ ਦੰਦਾਂ ਤੋਂ ਸਹਾਰਾ ਲੈ ਕੇ ਜਿਹੜਾ ਮਿਸਿੰਗ ਦੰਦ ਆ ਉਹਨੂੰ ਵਿੱਚ ਐਡ ਕਰਕੇ ਉਹਨੂੰ ਬ੍ਰਿਜ ਬਣਾਇਆ ਜਾ ਸਕਦਾ। ਜੀ। ਪਰ ਅੱਜ-ਕੱਲ੍ਹ ਬਹੁਤ ਵਧੀਆ ਤਰੀਕਾ ਹੈਗਾ ਇੰਪਲਾਂਟਸ ਲਾਉਣ ਦਾ। ਹੂੰ। ਉਹਦੇ ਵਾਸਤੇ ਵੀ ਜੇ ਪਹਿਲਾਂ ਜਿਹੜੀ ਹੱਡੀ ਆ, ਜੀ। ਉਹਦੀ ਚੰਗੀ ਸਿਹਤ ਆ, ਜੇ ਬੋਨ ਲੋਸ ਨਹੀਂ ਹੋਇਆ ਜਾਂ ਜੇ ਹੋ ਗਿਆ, ਉਹਨੂੰ ਅਸੀਂ ਰਿਪੇਅਰ ਕਰ ਸਕਦੇ ਹਾਂ, ਰਿਪਲੇਸ ਕਰ ਸਕਦੇ ਹਾਂ, ਬੋਨ ਦੁਬਾਰਾ ਗਰੋ ਕਰ ਸਕਦੇ ਹਾਂ। ਅੱਛਾ ਜੀ। ਫਿਰ ਨਾਲ ਦੇ ਦੰਦਾਂ ਨੂੰ ਟੱਚ ਕੀਤੇ ਬਿਨਾਂ ਉਹਨਾਂ 'ਤੇ ਕੋਈ ਵੀ ਕਰਾਊਨ ਜਾਂ ਕੈਪ ਚੜ੍ਹਾਉਣ ਤੋਂ ਬਿਨਾਂ ਇੰਪਲਾਂਟ ਲਾਇਆ ਜਾ ਸਕਦਾ, ਜੋ ਕਿ ਬਹੁਤ ਹੀ ਬਿਹਤਰ ਤਰੀਕਾ ਹੈ। ਜਿਹੜੇ ਉਹ ਇੰਪਲਾਂਟਸ ਵੀ ਲੱਗਦੇ ਨੇ ਜੀ, ਉਹ ਕਈ ਵਾਰੀ ਉਹ ਗ੍ਰਾਫਿਕਸ ਵਗੈਰਾ ਦੇ ਵਿੱਚ ਜਿੱਦਾਂ ਕੁਝ ਵੀਡੀਓਜ਼ ਹੁੰਦੀਆਂ ਨੇ ਨਾ, ਹਾਂਜੀ, ਵੀ ਉਹ ਮੇਰੇ ਖਿਆਲ ਪੂਰੇ ਪਹਿਲਾਂ ਇੱਕ ਐਂਕਰਿੰਗ ਵਾਸਤੇ ਇੱਕ ਹਾਂਜੀ, ਸਕਰੂਜ਼ ਵਗੈਰਾ ਲਗਾ ਕੇ, ਬਿਲਕੁਲ। ਉਹਨਾਂ ਦੇ ਮਟੀਰੀਅਲ ਦਾ ਵੀ ਫ਼ਰਕ ਹੁੰਦਾ ਜੀ, ਇਹ ਵੀ ਕਿਹੜਾ ਮਟੀਰੀਅਲ ਯੂਜ਼ ਹੋ ਰਿਹਾ? ਮੇਨਲੀ ਜ਼ਿਆਦਾਤਰ ਇੰਪਲਾਂਟ ਟਾਈਟੇਨੀਅਮ ਦੇ ਹੁੰਦੇ ਨੇ। ਰਾਈਟ। ਸੋ ਜਿਹੜੇ ਬਾਕੀ ਦੇ ਜੁਆਇੰਟਸ ਆ, ਜਿਵੇਂ ਕਈ ਬਜ਼ੁਰਗਾਂ 'ਚ ਜਾਂ ਕਿਸੇ 'ਚ ਵੀ ਲੋੜ ਪੈ ਜਾਂਦੀ, ਕਈ ਵਾਰੀ ਗੋਡੇ ਬਦਲੇ ਜਾਂਦੇ ਆ ਜਾਂ ਹਿਪ ਰਿਪਲੇਸ ਕੀਤੀ ਹੁੰਦੀ ਆ। ਹਾਂਜੀ। ਸੋ ਸਿਮਿਲਰ ਐਲੋਇਜ਼, ਸਿਮਿਲਰ ਮਟੀਰੀਅਲ ਤੋਂ ਹੀ ਡੈਂਟਲ ਇੰਪਲਾਂਟਸ ਬਣਦੇ ਨੇ, ਜੀ। ਕਿਉਂਕਿ ਉਹਨਾਂ ਨੇ ਹੱਡੀ ਦੇ ਵਿੱਚ ਰਹਿਣਾ। ਰਾਈਟ। ਸੋ ਬਿਲਕੁਲ ਤੁਸੀਂ ਸਹੀ ਕਿਹਾ ਕਿ ਪਹਿਲਾਂ ਤਾਂ ਉਹਦਾ ਸਟੈਪ ਹੁੰਦਾ ਕਿ ਬੋਨ 'ਚ ਜਿੱਥੇ ਦੰਦ ਦੀ ਜਾਂ ਦਾੜ੍ਹ ਦੀ ਜੜ੍ਹ ਸੀਗੀ, ਹੂੰ। ਉੱਥੇ ਇੰਪਲਾਂਟ ਨੂੰ ਸਕਰੂ ਇਨ ਕੀਤਾ ਜਾਵੇ। ਜੀ। ਫਿਰ ਉਹਨੂੰ ਥੋੜ੍ਹਾ ਸਮਾਂ ਦਿੱਤਾ ਜਾਏ ਤਾਂ ਕਿ ਉਹ ਸਰੀਰ ਦਾ ਹਿੱਸਾ ਬਣ ਜਾਏ, ਜਬਾੜੇ ਦੀ ਹੱਡੀ ਦਾ ਹਿੱਸਾ ਬਣ ਜਾਏ। ਉਸ ਤੋਂ ਬਾਅਦ ਉਹਦੇ ਉੱਤੇ ਫਿਰ ਦੰਦ ਲਾਇਆ ਜਾਂਦਾ। ਜਿਹੜਾ ਇੰਪਲਾਂਟ ਲਗਾਇਆ ਜਾਂਦਾ ਡਾਕਟਰ ਸਾਹਿਬ, ਇਹ ਜਿਹੜਾ ਪਰਮਾਨੈਂਟ ਇੰਪਲਾਂਟ ਹੋ ਗਿਆ ਨਾ, ਇਹ ਤਾਂ ਇੱਕ ਹਾਂਜੀ, ਤਰ੍ਹਾਂ ਨਾਲ ਵੀ ਜਿਹੜਾ ਰਿਮੂਵੇਬਲ ਨਹੀਂ, ਆਪ ਨਹੀਂ ਤੁਸੀਂ ਬਿਲਕੁਲ। ਕੱਢ ਸਕਦੇ। ਹਾਂਜੀ। ਇਹਦੀ ਮੇਨਟੇਨੈਂਸ ਵਗੈਰਾ ਜਾਂ ਇਹਨੂੰ ਟਾਈਮ ਟੂ ਟਾਈਮ ਚੈੱਕਅਪ ਜਾਂ ਇਹਨੂੰ ਖੋਲ੍ਹ ਕੇ ਇਹਨੂੰ ਇਹਦੀ ਸਾਫ਼ ਸਫਾਈ ਵੀ ਕਰਨੀ ਪੈਂਦੀ ਹੈ ਜੀ? ਬਿਲਕੁਲ ਮੇਨਟੇਨੈਂਸ ਕਰਨੀ ਪੈਂਦੀ ਹੈ ਜੀ, ਜਿਵੇਂ ਆਪ ਦੇ ਦੰਦਾਂ ਦੀ ਸੰਭਾਲ ਦੀ ਲੋੜ ਆ, ਜੀ। ਇੰਪਲਾਂਟ ਨੂੰ ਵੀ ਸੰਭਾਲ ਦੀ ਲੋੜ ਆ। ਰਾਈਟ। ਸੋ ਉਹਨੂੰ ਖੋਲ੍ਹਣ ਦੀ ਲੋੜ ਤੇ ਬਹੁਤ ਘੱਟ ਪੈਂਦੀ ਹੈ, ਖਾਸ ਕਰ ਜੇ ਇੱਕ ਦੰਦ ਹੀ ਹੈਗਾ ਜਾਂ 1-2 ਦੰਦ ਨੇ, ਜੀ। ਤੇ ਉਹ ਖੁਦ ਨਹੀਂ ਮਰੀਜ਼ ਖੋਲ੍ਹ ਸਕਦੇ। ਹੂੰ। ਪਰ ਸੇਮ ਉਹਦੀ ਹੋਮ ਕੇਅਰ, ਉਹਦੇ ਆਲੇ-ਦੁਆਲੇ ਫਲੌਸ ਕਰਨਾ, ਬਰੱਸ਼ ਕਰਨਾ। ਕਈ ਲੋਕ ਇਹ ਵੀ ਸੋਚ ਲੈਂਦੇ ਆ ਵੀ ਇਹ ਤਾਂ ਇੰਪਲਾਂਟ ਆ, ਹੂੰ। ਇਹਨੂੰ ਹੁਣ ਕੁਛ ਨਹੀਂ ਹੋਣਾ, ਹੂੰ। ਹੂੰ। ਇੱਥੇ ਹੂੰ। ਕੈਵਿਟੀ ਨਹੀਂ ਬਣਨੀ। ਉਹ ਸਹੀ ਹੈ ਵੀ ਉਹਦੇ ਤੇ ਕੈਵਿਟੀ ਨਹੀਂ ਬਣਨੀ, ਪਰ ਇੰਪਲਾਂਟ ਨੂੰ ਵੀ ਮਸੂੜਿਆਂ ਨੇ ਤੇ ਹੱਡੀ ਨੇ ਹੀ ਮੂੰਹ 'ਚ ਰੱਖਿਆ ਹੋਇਆ। ਰਾਈਟ। ਸੋ ਜੇ ਗਮ ਡਿਜ਼ੀਜ਼ ਨਾਲ ਗਮ ਲੋਸ, ਬੋਨ ਲੋਸ ਦੰਦਾਂ ਦੇ ਦੁਆਲੇ ਹੋ ਸਕਦਾ, ਹੂੰ। ਸੋ ਇੰਪਲਾਂਟ ਦੇ ਦੁਆਲੇ ਵੀ ਹੋ ਸਕਦਾ। ਓਹ ਸੋ ਯੈਸ। ਜਿਹੜੇ ਰਿਸਕ ਫੈਕਟਰ ਗਮ ਡਿਜ਼ੀਜ਼ ਦੇ ਨੇ, ਉਹੀ ਇੰਪਲਾਂਟ ਡਿਜ਼ੀਜ਼ ਦੇ ਵੀ ਨੇ। ਹੂੰ। ਸੋ ਉਹਦੀ ਮੇਨਟੇਨੈਂਸ ਬਹੁਤ ਜ਼ਰੂਰੀ ਹੈ ਤੇ ਉਹਨਾਂ ਦੀ ਮੇਨਟੇਨੈਂਸ ਥੋੜ੍ਹੀ ਵੱਧ ਜ਼ੋਰ ਲਾਉਣਾ ਪੈਂਦਾ। ਅੱਛਾ ਜੀ। ਸੋ ਜੋ ਕੁਦਰਤ ਨੇ ਦੇ ਦਿੱਤਾ, ਉਹਦਾ ਮੇਲ ਨਹੀਂ ਹੈ। ਸੋ ਹੂੰ। ਇੰਪਲਾਂਟ ਇਜ਼ ਵੈਰੀ ਕਲੋਜ਼, ਪਰ ਹੂੰ। ਫਿਰ ਵੀ ਉਹਦੀ ਸੰਭਾਲ ਬਹੁਤ ਸੁਚੇਤ ਹੋ ਕੇ ਕਰਨੀ ਪੈਂਦੀ ਹੈ। ਜੀ। ਅੱਛਾ, ਇੱਕ ਡਾਕਟਰ ਸਾਹਿਬ ਇਹ ਦੱਸਿਓ ਵੀ ਬਜ਼ੁਰਗਾਂ ਨੂੰ ਜਿਵੇਂ ਆਪਣੀ ਕਿਸੇ ਹੋਰ ਸਿਹਤ ਸਮੱਸਿਆ ਵਾਸਤੇ ਕੋਈ ਦਵਾਈ ਵਗੈਰਾ ਖਾਣੀ ਪੈਂਦੀ ਆ, ਤੇ ਹਾਂਜੀ। ਉਹਨਾਂ ਮੈਡੀਕੇਸ਼ਨਸ ਦਾ ਡੈਂਟਲ ਹੈਲਥ ਦੇ ਉੱਪਰ ਜਾਂ ਓਰਲ ਹੈਲਥ ਦੇ ਉੱਪਰ ਬਜ਼ੁਰਗਾਂ 'ਚ ਕੀ ਅਸਰ ਪੈਂਦਾ? ਬਿਲਕੁਲ ਵਿਜੇ, ਜਿਵੇਂ ਆਪਾਂ ਅੱਗੇ ਗੱਲਾਂ ਕਰਦੇ ਆਏ ਹਾਂ ਕਿ ਮਸੂੜੇ ਦੰਦ ਸਰੀਰ ਨਾਲ ਜੁੜੇ ਹੋਏ ਆ। ਜੀ। ਸੋ ਦੋਨਾਂ ਦਾ ਇੱਕ ਦੂਜੇ 'ਤੇ ਅਸਰ ਆ। ਹੂੰ। ਬਜ਼ੁਰਗਾਂ 'ਚ ਕਈ ਵਾਰੀ ਹੋਰ ਸਿਹਤ ਸਮੱਸਿਆਵਾਂ ਲਈ ਬਲੱਡ ਪ੍ਰੈਸ਼ਰ, ਕੋਲੈਸਟਰੋਲ, ਕਈ ਵਾਰੀ ਐਂਗਜ਼ਾਇਟੀ, ਡਿਪਰੈਸ਼ਨ, ਕਈ ਤਰ੍ਹਾਂ ਦੀਆਂ ਦਵਾਈਆਂ ਹੁੰਦੀਆਂ ਨੇ। ਜੀ।
ਉਹਨਾਂ 'ਚੋਂ ਇੱਕ ਬੜਾ ਕਾਮਨ ਸਾਈਡ ਇਫੈਕਟ ਆ ਜਿਹਨੂੰ ਡਰਾਈ ਮਾਊਥ ਕਹਿੰਦੇ ਆ, ਕਿ ਮੂੰਹ ਸੁੱਕਦਾ। ਹੂੰ। ਏਜ ਨਾਲ ਵੈਸੇ ਵੀ ਸਲਾਈਵਾ ਜਿਹੜਾ ਹੈ, ਉਹ ਘੱਟ ਬਣਨਾ ਸ਼ੁਰੂ ਹੋ ਜਾਂਦਾ। ਅੱਛਾ ਜੀ। ਕੁਛ ਦਵਾਈਆਂ ਦਾ ਅਸਰ ਹੋ ਕੇ ਕਈ ਵਾਰੀ ਬਹੁਤ ਡਰਾਈ ਮਾਊਥ ਹੋ ਜਾਂਦਾ, ਜੀ। ਤੇ ਸਲਾਈਵਾ ਬਹੁਤ ਜ਼ਰੂਰੀ ਆ ਹੂੰ। ਦੰਦਾਂ ਦੀ ਸਿਹਤ ਲਈ, ਗਮਸ ਦੀ ਸਿਹਤ ਲਈ। ਸੋ ਜਦੋਂ ਡਰਾਈ ਮਾਊਥ ਹੋ ਜਾਂਦਾ ਤੇ ਉਹਦੇ ਨਾਲ ਜਿਹਨੂੰ ਕੈਵਿਟੀਜ਼ ਬਣਦੀਆਂ ਨੇ, ਜਿਵੇਂ ਦੰਦਾਂ ਦੀਆਂ ਰੂਟਸ ਐਕਸਪੋਜ਼ ਹੋ ਗਈਆਂ, ਜੀ। ਮਸੂੜੇ ਹੇਠਾਂ ਚਲੇ ਗਏ, ਜੜ ਐਕਸਪੋਜ਼ ਹੋ ਗਈ, ਡਰਾਈ ਮਾਊਥ ਹੋ ਗਿਆ, ਹੁਣ ਉਹ ਰੂਟ ਦੇ ਉੱਤੇ ਕੈਵਿਟੀ ਬਣਨੀ ਸ਼ੁਰੂ ਹੋ ਜਾਂਦੀ ਹੈ, ਹੂੰ। ਜਿਹਨੂੰ ਅਸੀਂ ਰੂਟ ਡਿਕੇ ਕਹਿੰਦੇ ਹਾਂ, ਜੀ। ਜੋ ਕਿ ਬੜੀ ਹਾਨੀਕਾਰਕ ਹੁੰਦੀ ਹੈ। ਕਈ ਵਾਰੀ ਦੰਦ ਉੱਪਰੋਂ ਸਾਰਾ ਬਿਲਕੁਲ ਚੰਗਾ ਭਲਾ ਹੁੰਦਾ, ਤੇ ਰੂਟ ਡਿਕੇ ਹੋ ਗਈ, ਉਹ ਕਮਜ਼ੋਰ ਹੋ ਜਾਂਦਾ, ਹੂੰ। ਉਹਦੇ 'ਚ ਦਰਦ ਹੋਣ ਲੱਗ ਪੈਂਦੀ ਹੈ, ਜਾਂ ਉਹ ਕੱਢਣਾ ਪੈਂਦਾ, ਜਾਂ ਟੁੱਟ ਜਾਂਦਾ। ਜੀ। ਸੋ ਉਹਦੇ ਲਈ ਬੜਾ ਜ਼ਰੂਰੀ ਹੈ ਕਿ ਜੇ ਡਰਾਈ ਮਾਊਥ ਦੀ ਸ਼ਿਕਾਇਤ ਹੋਵੇ, ਤੇ ਦਵਾਈ ਤਾਂ ਖਾਣੀ ਜ਼ਰੂਰੀ ਹੈ ਸਿਹਤ ਲਈ, ਜੋ ਉਹਨਾਂ ਨੂੰ ਦਿੱਤੀ ਗਈ ਹੈ। ਲਾਈਫ ਸਟਾਈਲ ਚੇਂਜ ਕਰਨ ਹੂੰ। ਨਾਲ ਹੋ ਸਕਦਾ ਉਹ ਉਸ ਤੋਂ ਵੀ ਉਹਦੀ ਡੋਜ਼ ਘੱਟ ਜਾਏ ਕਿਤੇ। ਜੀ। ਪਰ ਪਾਣੀ ਪੀਣਾ, ਕਈ ਬਜ਼ੁਰਗ ਲੋਜ਼ੈਂਜਸ ਯੂਜ਼ ਕਰਨੀਆਂ ਸ਼ੁਰੂ ਕਰ ਦਿੰਦੇ ਨੇ, ਕੋਈ ਹਾਂਜੀ। ਮਿੰਟਸ ਖਾਣੀਆਂ ਜਾਂ ਗਮ ਖਾਣੀ, ਜਿਹਦੇ 'ਚ ਫਿਰ ਸ਼ੂਗਰ ਹੁੰਦੀ ਆ, ਉਹਦੇ ਹੋਰ ਮਾੜੇ ਅਸਰ ਹੁੰਦੇ ਨੇ, ਤੇ ਉਹ ਰਾਈਟ। ਦੰਦਾਂ ਦੀ ਸਮੱਸਿਆ ਬੜੀ ਵੱਧ ਜਾਂਦੀ ਹੈ। ਜੀ। ਸੋ ਉਹਦੇ ਲਈ ਇੱਕ ਤਾਂ ਪਾਣੀ ਤੇ ਨਾਲ ਸਿਪ ਕਰਨਾ, ਸੈਕਿੰਡ ਕਈ ਜ਼ਾਈਲੋਟੋਲ ਵਾਲੀਆਂ ਪ੍ਰੋਡਕਟਸ ਮਿਲਦੀਆਂ ਨੇ, ਜਾਂ ਬਾਇਓਟੀਨ ਵਾਲੀਆਂ, ਜੋ ਬਿਨਾਂ ਪ੍ਰਿਸਕ੍ਰਿਪਸ਼ਨ ਤੋਂ ਮਿਲ ਜਾਂਦੀਆਂ ਜੀ। ਫਾਰਮੇਸੀ 'ਤੇ ਨਾ। ਜੇ ਡਰਾਈ ਮਾਊਥ ਵਾਸਤੇ ਪੁੱਛੋਗੇ ਫਾਰਮਾਸਿਸਟ ਨੂੰ, ਤੇ ਉਹ ਯੂਜ਼ ਕਰਨੀਆਂ, ਉਹਨਾਂ ਨਾਲ ਸਲਾਈਵੇ ਦੀ ਕੁਦਰਤੀ ਪ੍ਰੋਡਕਸ਼ਨ ਜਿਹੜੀ ਹੈ ਉਹ ਵੱਧ ਜਾਂਦੀ ਹੈ। ਜੀ। ਸੋ ਉਹਨਾਂ ਦਾ ਇਸਤੇਮਾਲ ਕਰਨਾ ਚਾਹੀਦਾ, ਤੇ ਸਫਾਈ ਰੱਖਣੀ ਬੜੀ ਜ਼ਰੂਰੀ ਹੈ। ਰਾਈਟ। ਸਭ ਤੋਂ ਵੱਡੀ ਸਮੱਸਿਆ ਇਹ ਹੁੰਦੀ ਹੈ ਕਿ ਕੁਛ ਨਾ ਕੁਛ ਜਦੋਂ ਦੰਦ ਖਰਾਬ ਨੇ, ਉਹ ਖਾਣਗੇ ਉਹੋ ਜਿਹੀਆਂ ਚੀਜ਼ਾਂ ਜਿਨ੍ਹਾਂ ਨੂੰ ਚਬਾਉਣ ਦੀ ਲੋੜ ਨਹੀਂ ਬਹੁਤੀ। ਰਾਈਟ। ਰਾਈਟ। ਸੌਫਟ ਖਾਣਾ ਜੀ। ਤੇ ਲਿਕੁਇਡ ਚੀਜ਼ਾਂ, ਸਮੂਦੀ, ਜੂਸਸ, ਹੂੰ। ਦਲੀਆ, ਖਿਚੜੀ, ਜੀ। ਤੇ ਉਹ ਚੀਜ਼ਾਂ ਜਦੋਂ ਦੰਦਾਂ ਦੇ ਆਲੇ ਦੁਆਲੇ ਫਸ ਜਾਂਦੀਆਂ ਨੇ, ਹਾਂ। ਉਹਨਾਂ ਨੂੰ ਸਾਫ਼ ਕਰਨਾ ਬੜਾ ਜ਼ਰੂਰੀ ਹੈ। ਜੀ। ਸੋ ਸਮਾਂ ਵੱਧ ਦੇਣਾ ਪੈਂਦਾ। ਜੀ। ਡਾਕਟਰ ਸਾਹਿਬ, ਇੱਕ ਨਾ ਕੁਐਸਚਨ ਆਇਆ WhatsApp 'ਤੇ, ਪੁੱਛ ਰਹੇ ਨੇ ਕਿ ਜੇ ਬਜ਼ੁਰਗਾਂ ਦੇ ਡੈਂਚਰਸ ਜੇ ਲੂਜ਼ ਹੋ ਜਾਣ, ਹਾਂਜੀ। ਢਿੱਲੇ ਹੋਏ ਡੈਂਚਰਸ ਨੂੰ ਫਿਕਸ ਕੀਤਾ ਜਾ ਸਕਦਾ ਹੈ, ਜਾਂ ਫਿਰ ਉਹ ਬਿਲਕੁਲ ਨਵੇਂ ਹੀ ਬਣਾਉਣੇ ਪੈਣਗੇ? ਸੋ ਇਹ ਡਿਪੈਂਡ ਕਰਦਾ ਜੀ ਲੂਜ਼ ਕਿਉਂ ਹੋਏ ਨੇ। ਓਕੇ। ਕਈ ਵਾਰੀ ਤਾਂ ਫਿਕਸ ਕੀਤਾ ਜਾ ਸਕਦਾ, ਪਰ ਡੈਂਚਰ ਸਦਾ ਨਹੀਂ ਚੱਲਦੇ। ਰਾਈਟ। ਸੋ ਅਸੀਂ ਪੇਸ਼ੈਂਟਸ ਨੂੰ ਇਹ ਵੀ ਕਹਿੰਦੇ ਹੁੰਦੇ ਜਦੋਂ, ਕਿਉਂਕਿ ਜਦੋਂ ਦੰਦਾਂ ਦੀ ਸੰਭਾਲ, ਇੰਪਲਾਂਟਸ ਜਾਂ ਕਰਾਊਨ, ਬ੍ਰਿਜਸ ਉੱਥੇ ਪਹੁੰਚ ਜਾਂਦੀ ਆ, ਤੇ ਉਹ ਐਕਸਪੈਂਸਿਵ ਹੋ ਜਾਂਦੀ ਆ। ਜੀ। ਪਰ ਫਿਰ ਵੀ ਜੋ ਕੁਦਰਤ ਨੇ ਬਣਾਇਆ, ਉਹਦੀ ਸਹੀ ਸੰਭਾਲ ਕੀਤੀ ਜਾਏ, ਉਹ ਉਮਰ ਭਰ ਚੱਲ ਸਕਦਾ। ਹੂੰ। ਜੋ ਵੀ ਅਸੀਂ ਉਹਦਾ ਕ੍ਰੀਏਟ ਕਰ ਰਹੇ ਹਾਂ, ਜੀ। ਉਹਦਾ ਤੋਲ, ਉਹਦੀ ਇੱਕ ਲਾਈਫ ਸਪੈਨ ਆ, ਉਹਦੇ 'ਚ ਕੰਪਲੀਕੇਸ਼ਨ ਆਉਣ ਦੇ ਚਾਂਸਸ ਜ਼ਿਆਦਾ ਨੇ। ਜੀ। ਸੋ ਡੈਂਚਰ ਵੀ ਕਈ ਵਾਰੀ ਜਿਹੜੀ ਹੱਡੀ ਆ, ਜਿਹੜੀ ਡੈਂਚਰ ਨੂੰ ਪਕੜ ਕੇ ਰੱਖਦੀ ਆ, ਉਮਰ ਨਾਲ ਉਸ 'ਚ ਤਬਦੀਲੀ ਆਉਂਦੀ ਆ। ਹੂੰ। ਸੋ ਕੁਝ ਸਾਲਾਂ ਬਾਅਦ ਡੈਂਚਰ ਲੂਜ਼ ਹੋ ਜਾਂਦੇ ਆ। ਕਈ ਵਾਰੀ ਉਹਨਾਂ ਨੂੰ ਰੀਲਾਈਨ ਕੀਤਾ ਜਾ ਸਕਦਾ, ਜੀ। ਪਰ ਕਈ ਵਾਰੀ ਉਹ ਨਵੇਂ ਬਣਾਉਣੇ ਪੈਂਦੇ ਆ, ਤੇ ਉਹ ਬਣਾ ਲੈਣੇ ਚਾਹੀਦੇ ਆ, ਹੂੰ। ਕਿਉਂਕਿ ਜੋ ਫਿੱਟ ਠੀਕ ਨਹੀਂ ਹੋ ਰਿਹਾ, ਹੂੰ। ਤੇ ਉਹ ਹੋਰ ਜ਼ਿਆਦਾ ਨੁਕਸਾਨ ਕਰ ਰਿਹਾ। ਜੀ। ਇੱਕ ਡਾਕਟਰ ਸਾਹਿਬ, ਹੁਣ ਜਿਹੜੇ ਫੁੱਲ ਮਾਊਥ ਇੰਪਲਾਂਟਸ ਨੇ, ਹਾਂਜੀ। ਉਹਨਾਂ ਬਾਰੇ ਜ਼ਰੂਰ ਦੱਸਿਓ ਕਿ ਉਹ ਬੈਟਰ ਆਪਸ਼ਨ ਹੈ, ਬੈਟਰ ਚੋਣ ਹੈ? ਆਫ ਕੋਰਸ ਐਕਸਪੈਂਸਿਵ ਵੀ ਹੋਏਗਾ, ਪਰ ਹਾਂਜੀ। ਕਈ ਵਾਰੀ ਮਹਿੰਗੀ ਚੀਜ਼ ਵੇਖ ਕੇ, ਸਿਰਫ ਡੈਂਟਲ ਟਰੀਟਮੈਂਟਸ ਨਹੀਂ, ਆਈ ਥਿੰਕ ਕਈ ਚੀਜ਼ਾਂ 'ਚ ਗੱਲ ਢੁਕਦੀ ਆ ਬਿਲਕੁਲ। ਕਿ ਬੰਦਾ ਸਸਤੇ ਵੱਲ ਝੁਕਾਅ ਕਰ ਲੈਂਦੇ ਆ, ਪਰ ਉਹਦੇ ਚੱਕਰ 'ਚ ਨੁਕਸਾਨ ਜ਼ਿਆਦਾ ਹੋ ਜਾਂਦਾ ਫਿਰ। ਬਿਲਕੁਲ, ਬਿਲਕੁਲ। ਸੋ ਵਿਜੇ, ਇਹ ਬੜੀ ਜ਼ਰੂਰੀ ਗੱਲ ਆ ਕਿ ਸਾਡੇ ਇੱਕ ਨਾ ਪ੍ਰੋਫੈਸਰ ਕਹਿੰਦੇ ਹੁੰਦੇ ਸੀਗੇ ਕਿ ਮੈਡੀਸਨ, ਡੈਂਟਿਸਟਰੀ, ਹੈਲਥ ਕੇਅਰ, ਹੂੰ। ਜਿਹੜਾ ਪੇਸ਼ੈਂਟ ਡੈਮੋਗ੍ਰਾਫਿਕ ਆ, ਜੀ। ਉਹਦੇ ਹਿਸਾਬ ਨਾਲ ਪ੍ਰੈਕਟਿਸ ਕੀਤੀ ਜਾਂਦੀ ਆ। ਹੂੰ। ਕਹਿੰਦੇ ਜੇ ਤੁਸੀਂ ਕਿਸੇ ਪਿੰਡ 'ਚੋਂ, ਹੂੰ। ਜਿੱਥੇ ਹਸਪਤਾਲ ਹੈ ਨਹੀਂ, ਜੀ। ਤੇ ਮਰੀਜ਼ ਨੂੰ ਹਾਰਟ ਅਟੈਕ ਹੋ ਗਿਆ, ਜੀ। ਤੇ ਉਹਨਾਂ ਦੇ ਸਟੈਂਟ ਪਾਉਣਾ ਪੈਂਦਾ, ਤੁਹਾਡੇ ਕੋਲ ਉਹ ਸੁਵਿਧਾ ਨਹੀਂ ਹੈਗੀ। ਹੂੰ। ਸੋ ਤੁਹਾਨੂੰ ਉੱਥੇ ਤੁਸੀਂ ਇਹ ਨਹੀਂ ਸੋਚ ਸਕਦੇ ਵੀ ਯਾਰ ਮੇਰੇ ਕੋਲ ਸਟੈਂਟ ਹੈ ਨਹੀਂ, ਹੁਣ ਮੈਂ ਕੁਝ ਨਹੀਂ ਕਰ ਸਕਦਾ। ਹੂੰ। ਉਹਦਾ ਉਸ ਮੌਕੇ ਦੇ ਹਿਸਾਬ ਨਾਲ ਇਲਾਜ ਕਰਨਾ ਪੈਣਾ। ਜੀ। ਪਰ ਜੇ ਤੁਸੀਂ ਵੈਨਕੂਵਰ ਬੈਠੇ ਹੋ, ਜੀ। ਤੇ ਇੱਥੇ ਉਹਦੀ ਲੋੜ ਪੈ ਗਈ, ਤੁਸੀਂ ਕਹੋ ਵੀ ਨਹੀਂ, ਉਹ ਪਿੰਡ 'ਚ ਤਾਂ ਇੱਦਾਂ ਹੀ ਸਰ ਗਿਆ ਸੀ, ਤੇ ਹੁਣ ਆਪਾਂ ਕੁਝ ਨਹੀਂ ਕਰਨਾ, ਹੂੰ। ਤਾਂ ਉਹ ਵੀ ਬਹੁਤ ਵੱਡੀ ਗਲਤੀ ਹੈ। ਜੀ। ਸੋ ਅਕਸਰ ਇਹ ਦੇਖਣ ਨੂੰ ਮਿਲਦਾ, ਕਿਉਂਕਿ ਐਡਵਾਂਸਡ ਜਦੋਂ ਪ੍ਰੋਬਲਮਸ ਹੋ ਜਾਂਦੀਆਂ ਨੇ, ਜੀ। ਡੈਂਟਿਸਟਰੀ ਮਹਿੰਗੀ ਹੋ ਜਾਂਦੀ ਹੈ, ਜੀ। ਕਿਉਂਕਿ ਡੈਂਟਿਸਟਰੀ ਦਾ ਜਿਹੜਾ ਸਟੈਂਡਰਡ ਆਫ ਕੇਅਰ ਹੈ ਇੱਥੇ, ਉਹਦੇ 'ਚ ਬਹੁਤ ਜ਼ਿਆਦਾ ਫਰਕ ਆ। ਜੀ। ਤੇ ਜੋ ਕੁਛ ਇਸਤੇਮਾਲ ਹੋ ਰਿਹਾ, ਜਿਵੇਂ ਆਪਾਂ ਗੱਲ ਕੀਤੀ ਹੈ, ਇੰਪਲਾਂਟਸ ਉਹੀ ਮੈਟਲ ਆ ਜੋ ਹਿਪਸ ਲਈ, ਜੁਆਇੰਟਸ ਲਈ ਵਰਤਿਆ ਜਾਂਦਾ ਜੀ। ਅਕਸਰ, ਸਿਮਿਲੈਰਿਟੀਜ਼ ਨੇ, ਜੀ। ਤੇ ਉਹਦੀ ਸਰਜਰੀ ਵੀ ਉਸ ਤਰ੍ਹਾਂ ਦੀ ਹੀ ਆ। ਹੂੰ। ਜੋ ਕਿ ਜੇ ਤੁਸੀਂ ਗੋਡਾ ਚੇਂਜ ਕਰਨਾ ਹੋਏ, ਤੇ ਉਹ ਹਸਪੀਟਲ ਦੇ ਵਿੱਚ ਕਿੰਨਾ ਸਟਾਫ ਹੋਊਗਾ ਜੀ। ਸਟਰਲਾਈਜ਼ ਕਰਨ ਨੂੰ, ਨਰਸਿੰਗ ਸਟਾਫ, ਰੇਡੀਓਲੋਜਿਸਟ, ਐਨਸਥੀਸੀਓਲੋਜਿਸਟ। ਜੀ। ਪਰ ਜਦੋਂ ਡੈਂਟਲ ਸਰਜਰੀ ਹੁੰਦੀ ਆ, ਤੇ ਉਹ ਡੈਂਟਿਸਟ ਹੁੰਦਾ, ਤੇ ਨਾਲ ਅਸਿਸਟੈਂਟ। ਜੀ। ਪਰ ਪ੍ਰੀਕਾਸ਼ਨਸ ਸਾਰੀਆਂ ਉਹੀ ਨੇ। ਜੀ। ਹੁਣ ਜੇ ਉਹਨਾਂ ਨੂੰ ਕੱਟਤਾ ਜਾਏ, ਉਹਨਾਂ ਨੂੰ ਨਾ ਵਰਤਿਆ ਜਾਏ, ਤੇ ਖਰਚਾ ਘੱਟ ਜੂਗਾ, ਜੀ। ਪਰ ਉਹਦੇ ਨਾਲ ਨੁਕਸਾਨ ਕੀ ਹੋ ਰਿਹਾ, ਉਹ ਕਈ ਵਾਰੀ ਬੜੇ ਸਾਲਾਂ ਬਾਅਦ ਪਤਾ ਲੱਗਦਾ। ਹੂੰ। ਸੋ ਡੈਂਟਿਸਟਰੀ 'ਚ ਬਹੁਤ ਦੇਖਣ ਨੂੰ ਮਿਲਦਾ ਹੈ ਕਿ
ਇੱਥੇ ਜਿਹੜੀਆਂ ਐਕਸਪੈਂਸਿਵ ਆਪਸ਼ਨਸ ਨੇ, ਜਿਹੜੀਆਂ ਐਡਵਾਂਸਡ ਆਪਸ਼ਨਸ ਨੇ, ਉਹਨਾਂ ਦਾ ਫਾਇਦਾ ਇਹ ਹੈ ਕਿ ਉਹ ਕੁਦਰਤ ਨੇ ਜੋ ਬਣਾਇਆ ਸੀ ਉਹਦੇ ਲੱਗ ਗਿਆ। ਜੀ ਇੰਪਲਾਂਟਸ ਫਿਕਸਡ ਨੇ, ਪਰ ਉਹਦੀ ਬੜੀ ਟੈਕਨੀਕੈਲਿਟੀ ਆ ਸਰਜਰੀ ਦਾ, ਉਹਦੀ ਪਲੈਨਿੰਗ ਦੇ ਵਿੱਚ ਬੜਾ ਟਾਈਮ ਜਾਂਦਾ। ਜੀ ਉਹ ਐ ਨਹੀਂ ਕਿ ਬਿਠਾ ਕੇ ਚੇਅਰ 'ਚ ਫਟਾਫਟ ਹੂੰ ਉਸੇ ਵੇਲੇ ਲਾਤਾ, ਉਹਨੂੰ ਜੀ ਪਲਾਨ ਕਰਨਾ ਪੈਂਦਾ। ਜੀ ਸੋ ਜੇ ਉਹ ਨਾ ਕੀਤਾ ਜਾਏ ਤੇ ਲੋਕ ਕਹਿੰਦੇ ਨੇ ਮੈਕਸੀਕੋ ਜਾ ਕੇ, ਇੰਡੀਆ ਜਾ ਕੇ ਸਸਤਾ ਹੋ ਜਾਂਦਾ। ਹੂੰ ਪਰ ਬਹੁਤ ਵਾਰੀ ਦੇਖਣ ਨੂੰ ਮਿਲਦਾ ਹੈ ਕਿ ਬੜੀਆਂ ਸਵੀਅਰ ਦਰਦਨਾਕ ਸਿਚੁਏਸ਼ਨਸ 'ਚ ਪੇਸ਼ੈਂਟ ਆਉਂਦੇ ਨੇ, ਕਿਉਂਕਿ ਉਹਨਾਂ ਨੇ ਟਰੀਟਮੈਂਟ ਉਹ ਕਰਾਈ ਹੁੰਦੀ ਹੈ ਕਾਹਲੀ ਦੇ ਵਿੱਚ, ਰਾਈਟ। ਉਹਦੀ ਸਸਤੀ ਵਰਜ਼ਨ। ਇੱਕ ਇਹ ਵੀ ਕਾਹਲੀ ਵਾਲਾ ਵੀ ਫੈਕਟਰ ਇਸ ਕਰਕੇ ਵੀ ਹੋ ਜਾਂਦਾ ਨਾ ਜੀ, ਬੰਦੇ ਨੂੰ ਉੱਥੇ ਜਾ ਕੇ ਹੁੰਦਾ ਸਮਾਂ ਘੱਟ ਆ, ਬਿਲਕੁਲ ਵੀ ਆ 15 ਦਿਨਾਂ ਦੇ ਵਿੱਚ ਹੀ ਸਭ ਕੁਝ ਕਰਾ ਦਿਓ। ਬਿਲਕੁਲ ਯੈਸ ਬਿਲਕੁਲ। ਯੈਸ। ਤੇ ਉਹ ਕਹਿੰਦੇ ਵੀ ਗਲਤ ਟਰੀਟਮੈਂਟ ਨਾਲੋਂ ਕੁਛ ਨਾ ਕਰੋ ਉਹ ਬਿਹਤਰ ਆ। ਸਰੀਰ ਆਪਣਾ ਆਪਣੇ ਹਿਸਾਬ ਨਾਲ ਬਚਾਅ ਕਰ ਲੈਂਦਾ, ਜੀ ਪਰ ਜੇ ਗਲਤ ਕਰਦਾ ਜਾਏ ਉਹ ਬੜਾ ਮਾੜਾ ਹੈ। ਜੀ ਸੋ ਇੰਪਲਾਂਟਸ ਬੜੇ ਵਧੀਆ ਨੇ, ਐਕਸਪੈਂਸਿਵ ਨੇ, ਕੇਸ ਦੇ ਹਿਸਾਬ ਨਾਲ ਪਲਾਨ ਕਰਕੇ ਲਾਏ ਜਾਂਦੇ ਨੇ, ਪਰ ਉਹਦੀ ਜਿਹੜੀ ਕਾਸਟ ਦੀ ਸਿੰਪਲਰ ਵਰਜ਼ਨ ਆ ਕਿ ਆਪਾਂ ਉਹੀ ਇਲਾਜ ਕਿਤੇ ਹੋਰ ਜਾ ਕੇ ਕਰਾ ਲਈਏ, ਉਹ ਨਹੀਂ ਹੋ ਸਕਦਾ। ਉਹਦੇ ਨਾਲੋਂ ਜੋ ਉੱਥੇ ਹੁੰਦਾ, ਜੇ ਉੱਥੇ ਡੈਂਚਰ ਵਧੀਆ ਲੱਗਦੇ ਨੇ ਡੈਂਚਰ ਲਵਾ ਲਓ, ਜੀ ਜੀ ਪਰ ਇਹ ਨਾ ਕੋਸ਼ਿਸ਼ ਕਰੋ ਕਿ ਮੈਂ ਉਹਦਾ ਹੀ ਕੋਈ ਨਾ ਕੋਈ ਤੋਲ ਲੱਭ ਕੇ ਤੇ ਪੈਸੇ ਬਚਾ ਕੇ ਉਹਦੇ ਨਾਲ ਸਿਹਤ ਆਪਣੀ ਖਰਾਬ ਹੋਣੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਥੈਂਕ ਯੂ ਵਿਜੇ।